Good morning, students. In this lecture, we discuss comparison between monopolistic competition and perfect competition. First point is nature of product. परफेक्ट ਕੰਪੀਟੀਸ਼ਨ ਦੇ ਅੰਦਰ ਇਹ ਅਸਿਊਮ ਕੀਤਾ ਜਾਂਦਾ ਹੈ ਕਿ ਜਿਹੜੀਆਂ ਸਾਰੀਆਂ ਫਰਮਸ ਆ ਉਹਨਾਂ ਦਾ ਜਿਹੜਾ ਪ੍ਰੋਡਕਟ ਆ ਜਿਹੜਾ ਪ੍ਰੋਡਕਸ਼ਨ ਕਰਦੀਆਂ ਉਹ ਸਾਰਾ ਹੋਮੋਜੀਨੀਅਸ ਹੁੰਦੇ ਆ ਕੁਆਲਿਟੀ ਵਾਈਜ਼ ਪੈਕਿੰਗ ਵਾਈਜ਼ ਕਿ ਸਾਰੇ ਇੱਕ ਤਰ੍ਹਾਂ ਦੇ ਹੁੰਦੇ ਆ but under monopolistic competition there is product differentiations that means ਕਿ ਹਰ ਇੱਕ ਤੇ ਜਿਹੜੀਆਂ ਫਰਮਸ ਆਪਣਾ ਪ੍ਰੋਡਕਸ਼ਨ ਕਰਦੀਆਂ ਉਹਨਾਂ ਦੇ ਪ੍ਰੋਡਕਟ ਦੇ ਵਿੱਚ ਲਿਟਲ ਬਿਟ ਥੋੜ੍ਹਾ ਬਹੁਤ ਡਿਫਰੈਂਸ ਹੁੰਦਾ ਆ goods produced by the firms differs in one way or the other. Next point is number of buyers and sellers. Under perfect competition there are large number of buyers and sellers of homogeneous product. Perfect competition ਦੇ ਅੰਡਰ ਲਾਰਜ ਨੰਬਰ ਆਫ ਬਾਇਰਸ ਹੁੰਦੇ ਆ ਜਿਹੜੇ ਕਿ ਹੋਮੋਜੀਨੀਅਸ ਪ੍ਰੋਡਕਟ ਨੂੰ ਸੇਲ ਕਰਦੇ ਆ ਇਹਨਾਂ ਸਾਰੀਆਂ ਫਰਮਸ ਦੇ ਗਰੁੱਪ ਨੂੰ ਇੰਡਸਟਰੀ ਕਿਹਾ ਜਾਂਦਾ ਆ ਕੋਈ ਵੀ ਇੱਕ ਸੇਲਰ ਆਪਣੇ ਇੰਡੀਵਿਜੂਅਲ ਐਕਸ਼ਨ ਦੇ ਕਾਰਨ ਕਿਸੇ ਦੂਸਰੇ ਸੇਲਰ ਦੀ ਸੇਲ ਜਾਂ ਸੇਲ ਨੂੰ ਇਨਫਲੂਐਂਸ ਨਹੀਂ ਕਰ ਸਕਦਾ ਬਟ ਅੰਡਰ ਇੰਪਰਫੈਕਟ ਕੰਪੀਟੀਸ਼ਨਸ ਜਿਹੜੇ ਨੰਬਰ ਆਫ ਸੇਲਰਸ ਆ ਮੋਰ ਦੈਨ ਵਨ ਹੁੰਦੇ ਆ ਜ਼ਿਆਦਾ ਹੁੰਦੇ ਆ ਇਹਨਾਂ ਸਾਰੇ ਸੇਲਰਸ ਨੂੰ ਕਲੈਕਟਿਵਲੀ ਗਰੁੱਪ ਕਿਹਾ ਜਾਂਦਾ ਹੈ ਪਰਫੈਕਟ ਕੰਪੀਟੀਸ਼ਨ ਦੇ ਵਿੱਚ ਇੰਡਸਟਰੀ ਕਹਿੰਦੇ ਆ ਮੋਨੋਪੋਲਿਸਟਿਕ ਕੰਪੀਟੀਸ਼ਨ ਦੇ ਵਿੱਚ ਇਸ ਨੂੰ ਗਰੁੱਪ ਕਿਹਾ ਜਾਂਦਾ ਆ ਐਂਡ ਉਹ ਜਿਹੜੇ ਫਰਮਸ ਪ੍ਰੋਡਕਸ਼ਨ ਕਰਦੀਆਂ ਉਹ ਕੀ ਡਿਫਰੈਂਸ਼ੀਅਲ ਪ੍ਰੋਡਕਟਸ ਹੁੰਦੇ ਆ ਉਹਨਾਂ ਦੇ in both these market situations there are large number of sellers ਦੋਨੋਂ ਮਾਰਕੀਟ ਦੇ ਵਿੱਚ large number of sellers ਹੁੰਦੇ ਆ and large number of buyers. Next is degree of knowledge. ਪਰਫੈਕਟ ਕੰਪੀਟੀਸ਼ਨ ਦੇ ਵਿੱਚ ਇਹ ਅਸਿਊਮਡ ਕੀਤਾ ਜਾਂਦਾ ਹੈ ਕਿ ਬਾਇਰਸ ਐਂਡ ਸੇਲਰਸ ਨੂੰ ਮਾਰਕੀਟ ਕੰਡੀਸ਼ਨਸ ਦੇ ਬਾਰੇ ਪਰਫੈਕਟ ਨੌਲੇਜ ਹੁੰਦੀ ਆ on the other hand buyers and sellers under monopolistic competition are not fully aware of the market conditions ਕਿ monopolistic competition ਦੇ ਅੰਡਰ ਕਿ ਜਿਹੜੇ buyers and sellers ਹੁੰਦੇ ਆ ਉਹਨਾਂ ਨੂੰ ਮਾਰਕੀਟ ਕੰਡੀਸ਼ਨ ਦੇ ਬਾਰੇ fully awareness ਨਹੀਂ ਹੁੰਦੀ. Next point is nature of demand curve. ਪਰਫੈਕਟ ਕੰਪੀਟੀਸ਼ਨ ਦੇ ਅੰਡਰ ਕਿਉਂਕਿ ਲਾਰਜ ਨੰਬਰ ਆਫ ਫਰਮਸ ਹੁੰਦੀਆਂ ਅਤੇ ਉਹਨਾਂ ਦਾ ਜਿਹੜਾ ਪ੍ਰੋਡਕਟ ਹੁੰਦਾ ਆ ਉਹ ਹੋਮੋਜੀਨੀਅਸ ਹੁੰਦਾ ਆ ਡਿਊ ਟੂ ਦਿਸ ਜਿਹੜੀ ਡਿਮਾਂਡ ਕਰਵ ਆ ਉਹ ਪਰਫੈਕਟਲੀ ਇਲਾਸਟਿਕ ਹੁੰਦੀ ਆ ਇਟ ਮੀਨਸ ਕਿ ਅੰਡਰ ਪਰਫੈਕਟ ਕੰਪੀਟੀਸ਼ਨ ਐਵਰੇਜ ਰੈਵਨਿਊ ਕਰਵ ਜਿਸ ਨੂੰ ਡਿਮਾਂਡ ਕਰਵ ਵੀ ਕਹਿੰਦੇ ਆ ਉਹ ਕੀ ਐਕਸ ਐਕਸਿਸ 'ਤੇ ਪੈਰਲਰ ਹੁੰਦੀ ਆ ਇਨ ਦਿਸ ਸਿਚੁਏਸ਼ਨ ਜਿਹੜੀ ਐਵਰੇਜ ਰੈਵਨਿਊ ਉਹ ਮਾਰਜਨਲ ਰੈਵਨਿਊ ਦੇ ਇਕੁਅਲ ਹੁੰਦੀ ਆ. In figure 11, average revenue and marginal revenue are represented by single curve that is PP which is parallel to x-axis. Because perfect competition ਦੇ ਵਿੱਚ ਸਭ ਦੇ ਪ੍ਰੋਡਕਟ ਹੋਮੋਜੀਨੀਅਸ ਹੁੰਦੇ ਆ ਇਸ ਲਈ ਪ੍ਰਾਈਸ ਜਿਹੜੀ ਇੰਡਸਟਰੀ ਦੁਆਰਾ ਫਿਕਸ ਕਰ ਦਿੱਤੀ ਜਾਂਦੀ ਆ ਠੀਕ ਆ ਪ੍ਰਾਈਸ ਐਵਰੇਜ ਰੈਵਨਿਊ ਐਂਡ ਡਿਮਾਂਡ ਕਰਵ ਸੇਮ ਹੁੰਦੇ ਆ ਠੀਕ ਆ ਇਸ ਕਰਕੇ ਪ੍ਰਾਈਸ ਫਿਕਸ ਹੋਣ ਕਾਰਨ ਜਿਹੜੀ ਐਵਰੇਜ ਰੈਵਨਿਊ ਐਂਡ ਡਿਮਾਂਡ ਕਰਵ ਕੀ ਹੁੰਦੀ ਆ ਐਕਸ ਐਕਸਿਸ ਦੇ ਪੈਰਲਰ ਹੁੰਦੀ ਆ ਐਂਡ ਮਾਰਜਨਲ ਰੈਵਨਿਊ ਵੀ ਐਵਰੇਜ ਰੈਵਨਿਊ ਦੇ ਇਕੁਅਲ ਹੁੰਦਾ. ਨੈਕਸਟ ਕਿ ਪਰਫੈਕਟ ਕੰਪੀਟੀਸ਼ਨ ਦੇ ਵਿੱਚ ਜਿਹੜੀ ਪ੍ਰੋਡਕਟ ਦੀ ਪ੍ਰਾਈਸ ਉਹ ਇੰਡਸਟਰੀ ਡਿਟਰਮਿਨ ਕਰਦੀ ਆ ਐਂਡ ਹਰ ਇੱਕ ਫਰਮ ਜਿਹੜੀ ਉਸ ਪ੍ਰਾਈਸ ਨੂੰ ਅਸੈਪਟ ਕਰਦੀਆਂ ਇਸ ਕਰਕੇ ਪਰਫੈਕਟ ਕੰਪੀਟੀਸ਼ਨ ਦੇ ਵਿੱਚ ਜਿਹੜੀਆਂ ਫਰਮਸ ਹੁੰਦੀਆਂ ਉਹ ਪ੍ਰਾਈਸ ਟੇਕਰ ਹੁੰਦੀਆਂ ਪ੍ਰਾਈਸ ਮੇਕਰ ਨਹੀਂ. ਔਨ ਦਾ ਅਦਰ ਹੈਂਡ ਅੰਡਰ ਮੋਨੋਪੋਲਿਸਟਿਕ ਕੰਪੀਟੀਸ਼ਨ ਜਿਹੜੀ ਐਵਰੇਜ ਰੈਵਨਿਊ ਕਰਵ ਆ ਉਹ ਡਾਊਨਵਰਡ ਸਲੋਪ ਹੁੰਦੀ ਆ ਐਜ਼ ਸ਼ੋਨ ਇਨ ਫਿਗਰ 12. In this figure, average revenue and marginal revenue curve are not only separate downward sloping curve, but marginal revenue curve is below average revenue curve. That means कि average revenue and marginal revenue curve दोनों downward तो हैगियां ही आ दोनों separate भी है but जी marginal revenue curve आ वो average revenue curve दे below आ उसके under आ ਮੋਨੋਪੋਲਿਸਟਿਕ ਕੰਪੀਟੀਸ਼ਨ ਦੇ ਵਿੱਚ ਜਿਹੜੀ ਫਰਮਸ ਹੁੰਦੀ ਆ ਉਹ ਪ੍ਰਾਈਸ ਮੇਕਰ ਹੁੰਦੀ ਆ ਐਜ਼ ਇਨ ਕੇਸ ਆਫ ਮੋਨੋਪਲੀ. ਨੈਕਸਟ ਇਜ਼ ਇੰਪਲੀਕੇਸ਼ਨਸ ਰਿਗਾਰਡਿੰਗ ਡਿਸੀਜ਼ਨ. Under perfect competition, a firm can take decision only with regard to the quantity of output to be produced. क्योंकि
परफेक्ट कंपीटीशन ਦੇ ਵਿੱਚ ਜਿੰਨੀਆਂ ਵੀ ਫਰਮਸ ਹੁੰਦੀਆਂ ਸਾਰਿਆਂ ਦੇ ਪ੍ਰੋਡਕਟ ਹੋਮੋਜੀਨੀਅਸ ਹੁੰਦੇ ਆ, ਇਸ ਲਈ ਜਿਹੜੀ ਪ੍ਰਾਈਸ ਹੁੰਦੀ ਆ ਉਹ ਇੰਡਸਟਰੀ ਫਿਕਸ ਕਰਦੀ ਆ। ਇਸ ਲਈ ਪਰਫੈਕਟ ਕੰਪੀਟੀਸ਼ਨ ਦੇ ਅੰਡਰ ਫਰਮਸ ਨੂੰ ਇਹ ਡਿਸੀਜ਼ਨ ਲੈਣਾ ਪੈਂਦਾ ਹੈ ਕਿ ਉਸਨੇ ਕਿੰਨੀ ਕੁਆਂਟਿਟੀ ਆਫ ਆਊਟਪੁੱਟ ਨੂੰ ਪ੍ਰੋਡਿਊਸ ਕਰਨਾ ਹੈ। ਇਸ ਤੋਂ ਇਲਾਵਾ ਜਿਹੜੀਆਂ ਫਰਮਸ ਅੰਡਰ ਪਰਫੈਕਟ ਕੰਪੀਟੀਸ਼ਨ ਦੇ ਅੰਡਰ ਪ੍ਰੋਡਕਸ਼ਨ ਕਰਦੇ ਆ, ਉਹਨਾਂ ਨੂੰ ਆਪਣੇ ਪ੍ਰੋਡਕਟ ਨੂੰ ਦੀ ਡਿਮਾਂਡ ਨੂੰ ਇਨਕਰੀਜ਼ ਕਰਨ ਦੇ ਲਈ ਸੈਲਿੰਗ ਕੋਸਟ ਦੇ ਉੱਪਰ ਕੋਈ ਖਰਚਾ ਨਹੀਂ ਕਰਨਾ ਪੈਂਦਾ, ਬਿਕੋਜ਼ ਸਭ ਦੇ ਪ੍ਰੋਡਕਟ ਸੇਮ ਹੁੰਦੇ ਆ। On the other hand, a firm under monopolistic competition can determine either the output to be produced or the price to be charged। कि एक मोनोपोलिस्टिक कंपीटीशन के अंडर फर्म ये डिसाइड करती कि उसने अपना कितना आउटपुट करना है या उसने प्राइस कितनी चार्ज करनी है। वैन इट डिटरमिन्स वन ऑफ द टू फैक्टर्स द अदर इज़ डिटरमिनड ऑटोमैटिकली, कि जो दोनों विचों किसी एक फैक्टर्स को डिटरमिन कर लेंदी है, दूसरा फैक्टर ऑटोमैटिकली डिटरमिन हो जाता। दैट मीन या तो उसने आउटपुट डिसाइड करना कितना करना, या तो उसने सोचना कि उसने प्राइस कितना चार्ज करना है। ਜਿਹੜੀਆਂ ਫਰਮਸ ਓਪਰੇਟ ਕਰਦੀਆਂ ਆ ਅੰਡਰ ਮੋਨੋਪੋਲਿਸਟਿਕ ਕੰਪੀਟੀਸ਼ਨ ਦੇ ਅੰਡਰ, ਉਹਨਾਂ ਨੂੰ ਸੈਲਿੰਗ ਕੋਸਟ ਦੇ ਉੱਪਰ ਖਰਚਾ ਕਰਨਾ ਪੈਂਦਾ ਹੈ, ਬਿਕਾਜ਼ ਕਿਉਂਕਿ ਸਾਰਿਆਂ ਦੇ ਪ੍ਰੋਡਕਟ ਜਿਹੜੇ ਕੀ ਹੁੰਦੇ ਕਲੋਜ਼ ਸਬਸਟੀਟਿਊਟਸ ਹੁੰਦੇ ਆ। ਸੈਲਿੰਗ ਕੋਸਟ ਆਰ ਐਨ ਇੰਪੋਰਟੈਂਟ ਫੀਚਰਸ ਆਫ ਮੋਨੋਪੋਲਿਸਟਿਕ ਕੰਪੀਟੀਸ਼ਨ। ਨੈਕਸਟ ਇਜ਼ implication regarding condition of maximum profit। According to marginal analysis decision regarding achievement of equilibrium position, both under perfect and monopolistic competition can be taken on the basis of following principle: equilibrium is equal to marginal revenue is equal to marginal cost। दैट मीनस कि अंडर बोथ मार्केट कंडीशनस कि पोजीशन ऑफ इक्विलिब्रियम ਨੂੰ ਉਦੋਂ ਅਚੀਵਡ ਕੀਤਾ ਜਾਂਦਾ ਹੈ ਜਦੋਂ ਮਾਰਜਨਲ ਕੋਸਟ ਮਾਰਜਨਲ ਰੈਵਨਿਊ ਦੇ ਇਕੁਅਲ ਹੁੰਦਾ ਹੈ। ਨੈਕਸਟ ਪੁਆਇੰਟ ਇਜ਼ ਕੰਪੈਰੀਜ਼ਨ ਰਿਗਾਰਡਿੰਗ ਪ੍ਰਾਈਸ। ਲੌਂਗ ਰਨ ਦੇ ਵਿੱਚ ਮੋਨੋਪੋਲਿਸਟਿਕ ਕੰਪੀਟੀਸ਼ਨ ਦੇ ਵਿੱਚ ਜਿਹੜੀ ਪ੍ਰਾਈਸ ਚਾਰਜ ਕੀਤੀ ਜਾਂਦੀ ਆ ਉਹ ਜ਼ਿਆਦਾ ਹੁੰਦੀ ਹੈ ਐਜ਼ ਕੰਪੇਅਰ ਟੂ ਪਰਫੈਕਟ ਕੰਪੀਟੀਸ਼ਨ ਦੇ ਨਾਲੋਂ। ਇਟ ਇਜ਼ ਬਿਕੋਜ਼ in the long run equilibrium under perfect competition ਜਿਹੜੀ ਪ੍ਰਾਈਸ ਹੁੰਦੀ ਆ ਉਹ ਇਕੁਅਲ ਹੁੰਦੀ ਆ ਮਿਨੀਮਮ ਲੌਂਗ ਰਨ ਐਵਰੇਜ ਕੋਸਟ ਦੇ ਐਜ਼ ਸ਼ੋਨ ਇਨ ਫਿਗਰ 13। ਐਟ ਪੁਆਇੰਟ ਇਕੁਲਿਬਰੀਅਮ ਈ ਪੁਆਇੰਟ ਇਕੁਲਿਬਰੀਅਮ ਆ, ਈ ਪੁਆਇੰਟ ਦੇ ਉੱਤੇ ਜਿਹੜੀ ਐਵਰੇਜ ਰੈਵਨਿਊ ਕਰਵ ਆ ਉਹ ਜਿਹੜੀ ਲੌਂਗ ਰਨ ਐਵਰੇਜ ਕੋਸਟ ਤੇ ਉਸ 'ਤੇ ਮਿਨੀਮਮ ਪੁਆਇੰਟ ਇਹ ਕੀ ਲੌਂਗ ਰਨ ਐਵਰੇਜ ਕੋਸਟ ਇਸ ਦਾ ਮਿਨੀਮਮ ਪੁਆਇੰਟ ਕੀ ਆ ਇਹ ਵਾਲਾ। इस जगह पर देखो ई पॉइंट के उत्ते जी एवरेज रेवन्यू कर्व आ वो लॉन्ग रन एवरेज कॉस्ट के मिनीमम पॉइंट से टच कर रही है। ऑन द अदर हैंड अंडर मोनोपोलिस्टिक कंपीटीशन प्राइस की आ वो मोर देन आ मिनीमम लॉन्ग रन एवरेज कॉस्ट के नालों। दैट इज शो बाय द बी पॉइंट इन फिगर 14 कि जी फर्म आ इक्विलिब्रियम विच आ एट पॉइंट ई दे उत्ते एंड ओ एम की आ इक्विलिब्रियम आउटपुट। इस आउटपुट की जी रैवन्यू मिल रही है सेल करके एवरेज रैवन्यू के अकॉर्डिंग दैट इज़ ओ पी। एंड ये आउटपुट जो कॉस्ट कर रहा इस आउटपुट की जी कॉस्ट लग रही है एवरेज लॉन्ग रन एवरेज कॉस्ट के अकॉर्डिंग दैट इज़ वो बी पॉइंट पर उसनू टच कर रहा। दैट मीनस कि जो मिनीमम पॉइंट पर नहीं हो रहा, जोड़ा प्रोडक्शन है उसके मिनीमम पॉइंट पर नहीं हो रहा लॉन्ग रन एवरेज कॉस्ट के उस तो थोड़ा हायर तो हो रहा है। एट द इक्विलिब्रियम आउटपुट फर्म्स नूं की मिल रहा सिर्फ नॉर्मल प्रॉफिट मिल रहा, बट जिहड़ा उसका आउटपुट आ वो की आ लैस आ एंड प्राइस की आ मोर दैन आ दैट द फर्म अंडर परफेक्ट कंपीटीशन इन दी लॉन्ग रन। कि जिहड़ी फर्म परफेक्ट कंपीटीशन के अंडर जिन्ना प्राइस लै रही आ मोनोपोलिस्टिक कंपीटीशन के अंडर जिहड़ी फर्म ऑपरेट करती आ वो परफेक्ट कंपीटीशन नालों ज़्यादा प्राइस चार्ज करती है। एज शोन इन फिगर 14 जी प्राइस अंडर परफेक्ट कंपीटीशन आ वो की है विल बी इक्वल टू मिनीमम लॉन्ग रन एवरेज कॉस्ट दैट इज़ ए एन। ऑन द अदर हैंड अंडर मोनोपोलिस्टिक कंपीटीशन जी प्राइस आ वो की आ दैट इज़ बी एम इज़ मोर दैन ए एन दैट इज़ मिनीमम लॉन्ग रन एवरेज कॉस्ट नालों। कि जी प्राइस आ मोनोपोलिस्टिक कंपीटीशन के विचों मिनीमम लॉन्ग रन एवरेज कॉस्ट के नालों ज़्यादा। इस कारण जी मोनोपोलिस्टिक कंपीटीशन के प्राइस ज़्यादा होंगी एज़ कंपेयर टू परफेक्ट कंपीटीशन नालों।
Next is comparison regarding output. Equilibrium output of a firm under perfect competition is more in the long run than that of a firm under monopolistic competition. ਕਿ ਜਿਹੜੀ ਫਰਮ ਪਰਫੈਕਟ ਕੰਪੀਟੀਸ਼ਨ ਦੇ ਅੰਡਰ ਓਪਰੇਟ ਕਰਦੀ ਆ ਲੌਂਗ ਰਨ ਦੇ ਵਿੱਚ ਜਿਹੜਾ ਉਸਦਾ ਇਕੁਲਿਬਰੀਅਮ ਆਊਟਪੁੱਟ ਆ ਉਹ ਜ਼ਿਆਦਾ ਹੁੰਦਾ ਆ ਐਜ਼ ਕੰਪੇਅਰ ਟੂ ਮੋਨੋਪੋਲਿਸਟਿਕ ਕੰਪੀਟੀਸ਼ਨ ਦੇ ਅੰਡਰ ਓਪਰੇਟ ਕਰਨ ਵਾਲੀ ਫਰਮਸ ਦੇ ਨਾਲੋਂ। ਪਰਫੈਕਟ ਕੰਪੀਟੀਸ਼ਨ ਦੇ ਅੰਡਰ ਲੌਂਗ ਰਨ ਦੇ ਵਿੱਚ ਜਿਹੜੀ ਲੌਂਗ ਰਨ ਮਾਰਜਨਲ ਕੋਸਟ ਆ ਉਹ ਲੌਂਗ ਰਨ ਐਵਰੇਜ ਕੋਸਟ ਐਂਡ ਐਵਰੇਜ ਰੈਵਨਿਊ ਦੇ ਇਕੁਅਲ ਹੁੰਦੀ ਆ। ਦੈਟ ਇਜ਼ ਲੌਂਗ ਰਨ ਮਾਰਜਨਲ ਕੋਸਟ ਇਜ਼ ਇਕੁਅਲ ਟੂ ਮਾਰਜਨਲ ਰੈਵਨਿਊ ਇਜ਼ ਇਕੁਅਲ ਟੂ ਐਵਰੇਜ ਰੈਵਨਿਊ ਇਜ਼ ਇਕੁਅਲ ਟੂ ਮਿਨੀਮਮ ਲੌਂਗ ਰਨ ਐਵਰੇਜ ਕੋਸਟ। On the other hand, under monopolistic competition in the long run equilibrium position ਦੇ ਵਿੱਚ ਜਿਹੜੀ long run average cost ਆ ਉਹ average revenue ਦੇ equal ਹੁੰਦੀ ਆ ਬਟ ਜਿਹੜੀ average revenue ਆ ਉਹ greater than ਹੁੰਦੀ ਆ marginal revenue and marginal cost ਦੇ ਨਾਲੋਂ। that is why ਕਿ monopolistic competition ਦੇ ਅੰਡਰ ਜਿਹੜੀ ਪ੍ਰਾਈਸ ਜ਼ਿਆਦਾ ਹੁੰਦੀ ਆ and output less ਹੁੰਦਾ ਹੈ। next point is comparison regarding profit. In the short run time period perfect competition ਦੇ ਅੰਡਰ ਜਿਹੜੀ ਫਰਮਸ ਓਪਰੇਟ ਕਰਦੀ ਆ ਐਂਡ ਮੋਨੋਪੋਲਿਸਟਿਕ ਕੰਪੀਟੀਸ਼ਨ ਦੇ ਅੰਡਰ ਵੀ ਜਿਹੜੀ ਫਰਮਸ ਓਪਰੇਟ ਕਰਦੀ ਆ ਦੋਨੋਂ ਮਾਰਕੀਟ ਕੰਡੀਸ਼ਨਸ ਦੇ ਅੰਡਰ ਸ਼ਾਰਟ ਰਨ ਦੇ ਵਿੱਚ ਫਰਮਸ ਨੂੰ ਸੁਪਰ ਨੋਰਮਲ ਪ੍ਰੋਫਿਟ ਨੋਰਮਲ ਪ੍ਰੋਫਿਟ ਐਂਡ ਲੋਸ ਹੋ ਸਕਦਾ ਸ਼ਾਰਟ ਪੀਰੀਅਡ ਦੇ ਵਿੱਚ ਐਂਡ ਬਟ ਇਨ ਦਾ ਲੌਂਗ ਰਨ under both types of market a firms earn only normal profit ਕਿ ਦੋਨੋਂ ਮਾਰਕੀਟ ਦੇ ਅੰਡਰ ਕੰਮ ਓਪਰੇਟ ਕਰਨ ਵਾਲੀਆਂ ਫਰਮਸ ਨੂੰ ਲੌਂਗ ਰਨ ਦੇ ਵਿੱਚ ਸਿਰਫ ਐਂਡ ਸਿਰਫ ਨਾਰਮਲ ਪ੍ਰੋਫਿਟ ਹੀ ਅਰਨ ਹੁੰਦਾ ਆ। However, under monopolistic competitions ਕੁਛ more efficient firms ਹੋ ਸਕਦੀਆਂ ਜੋ ਕਿ ਲੌਂਗ ਰਨ ਦੇ ਵਿੱਚ ਦੂਸਰੀਆਂ ਫਰਮਸ ਦੇ ਕੰਪੈਰੇਟਿਵਲੀ ਜ਼ਿਆਦਾ ਪ੍ਰੋਫਿਟਸ ਨੂੰ ਅਰਨ ਕਰ ਸਕਦੀਆਂ।